अहम खबर अहम जानकारी लेके तुहाडे सामने एक बार फिर तो हाजिर हाँ। लगातार जो भी हदायतां सरकार दियां भावें वो केंद्र दियां होण या पंजाब दियां होण तुहाडे तक पहुंचाते रहने हैं, क्योंकि बड़ा जरूरी है तुहानूं हर गल पता होनी चाहिए है कि कल नूं की होण जा रहा है, किहड़ियां दुकानां खुलण जा रही ने, किहड़ियां दुकानां नहीं खुलण जा रही। कल असीं लाइव कीता सी ते सरकार नूं सवाल जरूर पुछे सीगे कि सरकार ये समझावे कि गैर जरूरी दुकानां बंद करन दा मकसद की है। गैर जरूरी दुकानां तुसीं बंद कर रहे हो, ये कह रहे हो कि इन्हां दी कोई जरूरत नहीं है हले, ते लोकां नूं आण जाण आवाजाही दे विच कोई विघन नहीं है, लोग बाजारां सड़कां ते घुम रहे ने, उन्हां दी कोई परेशानी नहीं है। अजिहे दे विच किवें कोविड रुकेगा, इहदे पिछे लॉजिक की है कि किवें कोविड तुसीं रोकोगे। तुसीं कह रहे हो कि सिर्फ जरूरी समान दीयां दुकानां खुल्लण, गैर जरूरी दुकानां बंद रहण, लोग मार्केट च आंदे जांदे रहण, उहदी कोई मनाही नहीं हैगी है। अजिहे दे विच फिर गैर जरूरी दुकानां बंद करन दा मकसद की है? ये असीं सवाल पुछिआ, सरकारी दरबारे तक ये सवाल भी गया। सरकार ने उस खबर ते ही प्रतिक्रम दिंदे होया कुछ होर फैसले किए, कुछ होर ऐलान किए और कुछ होर राहत देने की गल की। सरकार की चलाकी देखो किड्डी है, राहत देने के नाम से अपना उल्लू किवें सीधा किया है। आ एक प्रैस नोट होर नवा आ गया, जिहड़ा मैं प्रैस नोट पढ़ांगा तो तुहानूं सही अंदाजा हो जाएगा कि सरकार किन्ने शातर तरीके नाल अपना उल्लू सीधा कर रही है ते कह रही है कि असीं लोकां नूं थोड़ी राहत दे रहे हैं। पहले तुहानूं मैं पॉइंट दर पॉइंट समझा देना। सरकार कहती है कि डिपार्टमेंट ऑफ होम अफेयर्स एंड जस्टिस का प्रैस नोट जारी होया। सरकार कहती है कि असीं एग्जैम्पशन दे रहे हैं, कुछ राहत होर दे रहे हैं। वो राहत की दे रहे हैं ये समझ लो। सरकार कहती है कि ਉਹ ਦੁਕਾਨਾਂ ਜਿਹੜੀਆਂ ਫਰਟੀਲਾਈਜ਼ਰਸ ਵੇਚਦੀਆਂ ਨੇ, ਜਿਹੜੀਆਂ ਬੀਜ ਵੇਚਦੀਆਂ ਨੇ, ਜਿਹੜੀਆਂ ਖਾਦ ਵੇਚਦੀਆਂ ਨੇ, ਜਿਹੜੀਆਂ ਐਗਰੀਕਲਚਰ ਮਸ਼ੀਨਰੀ ਵੇਚਦੀਆਂ ਨੇ, ਉਹ ਦੁਕਾਨਾਂ ਖੁੱਲ ਸਕਦੀਆਂ ਨੇ, ਉਹਨਾਂ ਨੂੰ ਕੋਈ ਮਨਾਹੀ ਨਹੀਂ ਹੈ, ਉਹ ਖੋਲ ਸਕਦੇ ਨੇ। ਜਿਹੜੇ ਹਾਰਟੀਕਲਚਰਸ ਦੇ ਨਾਲ ਵੀ ਜੁੜੇ ਹੋਏ ਨੇ, ਯਾਨੀ ਕਿ ਰੇਹਾਂ ਸਪਰੇਆਂ ਬੀਜਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਖੁੱਲ ਸਕਦੀਆਂ ਨੇ, ਉਹਨਾਂ ਨਾਲ ਕੋਈ ਮਨਾਹੀ ਨਹੀਂ ਹੈ। ਇਸ ਤੋਂ ਇਲਾਵਾ ਨਾਲ ਹੀ ਉਹਨਾਂ ਨੇ ਇਹ ਕਹਿ ਦਿੱਤਾ, ਜਿਹੜੀ ਪਹਿਲਾਂ ਵੀ ਗੱਲ ਕਹੀ ਹੋਈ ਹੈ, ਕਰਿਆਨਾ ਸਟੋਰ ਤੇ ਗਰੋਸਰੀ ਸ਼ਾਪਸ ਨੇ ਜਿਹੜੀਆਂ ਉਹ ਖੁੱਲ ਸਕਦੀਆਂ ਨੇ। ਕਰਿਆਨੇ ਦੀਆਂ ਦੁਕਾਨਾਂ ਜਿਹੜੀਆਂ ਜਾਂ ਗਰੋਸਰੀ ਸ਼ਾਪਸ ਨੇ ਜਿਹੜੀਆਂ ਉਹ ਖੁੱਲ ਸਕਦੀਆਂ ਨੇ। ਨਾਲ ਹੀ ਇਹ ਵੀ ਕਹਿ ਦਿੱਤਾ ਕਿ ਪੀਡੀਐਸ ਸ਼ਾਪਸ ਜਿਹੜੇ ਸਰਕਾਰੀ ਅਨਾਜ ਦੇ ਕੇਂਦਰ ਨੇ ਉਹ ਵੀ ਖੁੱਲ ਸਕਦੇ ਨੇ, ਉੱਥੋਂ ਵੀ ਤੁਸੀਂ ਅਨਾਜ ਲੈ ਸਕਦੇ ਹੋ। ਇੱਕ ਹੋਰ ਤੁਹਾਨੂੰ ਗੱਲ ਦੱਸਾਂ, ਇੱਕ ਹੋਰ ਗੱਲ ਜਿਹੜੀ ਇਹਦੇ 'ਚ ਐਡ ਕੀਤੀ ਗਈ ਹੈ ਉਹ ਇਹ ਕੀਤੀ ਗਈ ਕਿ ਇੰਡਸਟਰੀਅਲ ਮਟੀਰੀਅਲ ਦੀਆਂ ਜਿਹੜੀਆਂ ਦੁਕਾਨਾਂ ਨੇ, ਹਾਰਡਵੇਅਰ ਨਾਲ ਸੰਬੰਧਿਤ ਜਿਹੜੀਆਂ ਦੁਕਾਨਾਂ ਨੇ, ਟੂਲਸ ਦੀਆਂ ਦੁਕਾਨਾਂ ਨੇ, ਮੋਟਰ ਪਾਈਪਸ ਦੀਆਂ ਦੁਕਾਨਾਂ ਨੇ, ਉਹ ਖੁੱਲ ਸਕਦੀਆਂ ਨੇ। ਇਹ ਅਹਿਮ ਪੁਆਇੰਟ ਦੁਬਾਰਾ ਦੱਸ ਦੇਣਾ। ਜਿਹੜੇ ਵੀ ਇੰਡਸਟਰੀਅਲ ਮਟੀਰੀਅਲ ਨੇ, ਕੋਈ ਵੱਡੀਆਂ ਵੱਡੀਆਂ ਫੈਕਟਰੀਆਂ ਚੱਲਦੀਆਂ ਨੇ, ਉਹਨਾਂ ਨੂੰ ਕੋਈ ਰॉ ਮਟੀਰੀਅਲ ਚਾਹੀਦਾ ਹੈ, ਜਿਹੜੀਆਂ ਦੁਕਾਨਾਂ ਤੁਹਾਡੇ ਕੋਲ ਰॉ ਮਟੀਰੀਅਲ ਦੀਆਂ ਨੇ ਉਹ ਦੁਕਾਨਾਂ ਖੋਲ ਸਕਦੇ ਹੋ ਤੁਸੀਂ। ਹਾਰਡਵੇਅਰ ਦੀਆਂ ਦੁਕਾਨਾਂ ਖੋਲ ਸਕਦੇ ਹੋ, ਹਾਰਡਵੇਅਰ ਦੀ ਆਈਟਮਸ ਜੇ ਤੁਸੀਂ ਰੱਖੀਆਂ, ਕਿਸੇ ਵੀ ਤਰ੍ਹਾਂ ਦੇ ਟੂਲਸ ਸੰਦ ਤੁਸੀਂ ਰੱਖੇ ਹੋਏ ਨੇ ਤੁਸੀਂ ਖੋਲ ਸਕਦੇ ਹੋ। ਔਰ ਮੋਟਰ ਪਾਈਪਸ ਨੇ ਜਿਹੜੇ ਉਹ ਉਹਦੀਆਂ ਦੁਕਾਨਾਂ, ਮੋਟਰਸ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਖੋਲ ਸਕਦੇ ਹੋ, ਪਾਈਪਸ ਐਟਸੈਕਟਰਾ ਦੀਆਂ ਦੁਕਾਨਾਂ ਖੋਲ ਸਕਦੇ ਹੋ। ਇਹ ਤਾਂ ਸੀਗੀ ਰਾਹਤ ਦੀ ਗੱਲ। ਹੁਣ ਇਹਦੇ 'ਚ ਚਲਾਕੀ ਕੀ ਹੈ? ਚਲਾਕੀ ਇਹ ਹੈ, ਸਰਕਾਰ ਨੇ ਰਾਹਤ ਦੇਣ ਦੇ ਨਾਲ ਨਾਲ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ, ਰਿਟੇਲ ਤੇ ਹੋਲਸੇਲਰ ਸ਼ਰਾਬ ਦੇ ਠੇਕੇ ਖੋਲੇ ਜਾਣਗੇ। ਹੁਣ ਗੈਰ ਜ਼ਰੂਰੀ ਵਸਤਾਂ ਤੋਂ ਨਿਕਲ ਕੇ ਜ਼ਰੂਰੀ ਵਸਤਾਂ 'ਚ ਸ਼ਾਮਲ ਹੋ ਗਏ ਆ। ਸ਼ਰਾਬ ਦੇ ਠੇਕੇ ਖੁੱਲਣਗੇ ਪੂਰੇ ਪੰਜਾਬ ਦੇ ਵਿੱਚ, ਧੜੱਲੇ ਨਾਲ ਖੁੱਲਣਗੇ, ਕੋਈ ਮਨਾਹੀ ਨਹੀਂ ਉਹਨਾਂ ਨੂੰ ਨਾ ਖੁੱਲਣ ਦੀ। ਪਹਿਲਾਂ ਤਾਂ ਸ਼ਟਰ ਦੀਆਂ ਚੋਰ ਮੋਰੀਆਂ 'ਚੋਂ ਦਾਰੂ ਜਾਂਦੀ ਸੀ, ਹੁਣ ਤਾਂ ਪੂਰਾ ਸ਼ਟਰ ਖੋਲ ਕੇ ਦਾਰੂ ਵਿਕੇਗੀ, ਕੋਈ ਮਨਾਹੀ ਨਹੀਂ ਹੈ। ਸਰਕਾਰ ਨੇ ਕਹਿ ਦਿੱਤਾ ਹੈ ਕਿ ਸ਼ਰਾਬ ਦੇ ਹੋਲਸੇਲਰ ਵੀ ਖੋਲ ਸਕਦੇ ਨੇ ਔਰ ਸ਼ਰਾਬ ਦੇ ਠੇਕੇ ਰਿਟੇਲ ਦੇ ਵੀ ਖੁੱਲਣਗੇ। ਇਹ ਹੈ ਜਿਹੜੀ ਅਸਲੀ ਮਕਸਦ ਨਜ਼ਰ ਆਉਂਦਾ ਕਿ ਲੋਕ ਰੋਲਾ ਨਾ ਪਾਣ, ਥੋੜੀ ਜਿਹੀ ਲੋਕਾਂ ਨੂੰ ਰਾਹਤ ਦੇ ਦਿਓ, ਨਾਲ ਹੀ ਆਪਣਾ ਉੱਲੂ ਵੀ ਸਿੱਧਾ ਕਰ ਲਓ, ਨਾਲ ਹੀ ਸ਼ਰਾਬ ਦੇ ਠੇਕੇ ਖੋਲਣ ਦਾ ਵੀ ਐਲਾਨ ਕਰ ਦਿਓ। ਸ਼ਰਾਬ ਦੇ ਠੇਕੇ ਖੋਲਣ ਦਾ ਐਲਾਨ ਕਰ ਦਿੱਤਾ। ਪਰ ਨਾਲ ਹੀ ਇਹ ਕਹਿ ਦਿੱਤਾ ਕਿ ਜਿਹੜੇ ਨਾਲ ਲੱਗਦੇ ਹਾਤੇ ਨੇ ਉਹ ਹਾਤੇ ਬੰਦ ਰਹਿਣਗੇ, ਹਾਤਿਆਂ 'ਚ ਬਹਿ ਕੇ ਨਾ ਪੀਓ, ਘਰ ਜਾ ਕੇ ਦਾਰੂ ਪੀਓ ਜਿੰਨੀ ਮਰਜ਼ੀ। ਤੁਸੀਂ ਇਹ ਜਿਹੜੀ ਵੰਡ ਕਰਦੇ ਹੁੰਦੇ ਹੋ, ਸਰਕਾਰ ਤੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਕਿ ਦੋ ਹਿੱਸਿਆਂ 'ਚ ਇਹਨਾਂ ਚੀਜ਼ਾਂ ਨੂੰ ਵੰਡਦੇ ਨੇ, ਇੱਕ ਅਸੈਂਸ਼ੀਅਲ, ਇੱਕ ਨਾਨ ਅਸੈਂਸ਼ੀਅਲ, ਇੱਕ ਜ਼ਰੂਰੀ, ਇੱਕ ਗੈਰ ਜ਼ਰੂਰੀ। ਜ਼ਰੂਰੀ ਨੂੰ ਤੁਸੀਂ ਮੰਨਦੇ ਹੋ ਕਿ ਦੁੱਧ ਦੀਆਂ ਦੁਕਾਨਾਂ, ਸਬਜ਼ੀ ਦੀਆਂ ਦੁਕਾਨਾਂ, ਕੈਮਿਸਟ ਸ਼ਾਪ ਨੇ ਜਿਹੜੇ ਉਹ ਜ਼ਰੂਰੀ ਕੈਟੇਗਰੀ 'ਚ ਆਉਂਦੇ ਨੇ। ਗੈਰ ਜ਼ਰੂਰੀ ਦੇ ਵਿੱਚ ਤੁਸੀਂ ਕੱਪੜੇ ਦੀਆਂ ਦੁਕਾਨਾਂ ਨੂੰ ਵੀ ਗਿਣ ਲੈਂਦੇ ਹੋ, ਤੁਸੀਂ ਹਰ ਤਰ੍ਹਾਂ ਦੀਆਂ ਸੇਵਾਵਾਂ ਵਾਲੀਆਂ ਦੁਕਾਨਾਂ ਨੂੰ ਗਿਣ ਲੈਂਦੇ ਹੋ। ਇਹ ਸਾਰੀਆਂ ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ ਨੂੰ ਤੁਸੀਂ ਜ਼ਰੂਰੀ 'ਚ ਚਲੋ ਮੰਨ ਲਿਆ। ਪਰ ਜਦੋਂ ਤੁਸੀਂ ਸ਼ਰਾਬ ਦੇ ਠੇਕੇ ਨੂੰ ਜ਼ਰੂਰੀ ਕੈਟੇਗਰੀ ਦੇ ਵਿੱਚ ਸ਼ਾਮਲ ਕਰਦੇ ਹੋ ਤਾਂ ਲੋਕ ਜ਼ਰੂਰ ਸਵਾਲ ਪੁੱਛਣਗੇ, ਸਾਡੀਆਂ ਦੁਕਾਨਾਂ ਨੂੰ ਤੁਸੀਂ ਤਾਲਾ ਲਾ ਕੇ ਕਹਿੰਦੇ ਹੋ ਘਰਾਂ 'ਚ ਬੈਠੋ, ਤੁਹਾਡੀਆਂ ਦੁਕਾਨਾਂ ਗੈਰ ਜ਼ਰੂਰੀ ਨੇ, ਸ਼ਰਾਬ ਦੇ ਠੇਕੇ ਜ਼ਰੂਰੀ ਨੇ। ਸ਼ਰਾਬ ਦੇ ਠੇਕੇ ਪੂਰੇ ਪੰਜਾਬ ਦੇ ਵਿੱਚ ਖੁੱਲਣਗੇ, ਇਸ ਕਰਕੇ ਜਨਤਾ ਤੁਹਾਡੇ ਫੈਸਲੇ ਮੰਨਣ ਤੋਂ ਇਨਕਾਰ ਕਰਦੀ ਹੈ। ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਬਾਜ਼ਾਰ ਨੇ, ਜਿੰਨੀਆਂ ਵੀ ਮਾਰਕੀਟਸ ਨੇ, ਉਹਨਾਂ ਦੇ ਜਿਹੜੇ ਦੁਕਾਨਦਾਰ ਨੇ, ਵਪਾਰ ਮੰਡਲ ਦੇ ਨਾਲ ਜੁੜੇ ਹੋਏ ਲੋਕ ਨੇ, ਅੱਜ ਸੜਕਾਂ ਤੇ ਹੜਤਾਲਾਂ ਕਰ ਰਹੇ ਨੇ, ਧਰਨੇ ਦੇ ਰਹੇ ਨੇ ਕਿ ਸਰਕਾਰ ਗੈਰ ਜ਼ਰੂਰੀ ਔਰ ਜ਼ਰੂਰੀ ਦੇ ਵਿੱਚ ਡਿਫਰੈਂਸ ਕਰਨਾ ਸਿੱਖੇ ਪਹਿਲਾਂ, ਕਿ ਤੁਹਾਡੇ ਵਾਸਤੇ ਗੈਰ ਜ਼ਰੂਰੀ ਹੋਣਗੀਆਂ ਪਰ ਸਾਡੇ ਵਾਸਤੇ ਜ਼ਰੂਰੀ ਨੇ। ਹੁਣ ਜਦੋਂ ਉਹਨਾਂ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਸ਼ਰਾਬ ਦੇ ਠੇਕੇ ਖੁੱਲ ਸਕਦੇ ਨੇ, ਸਾਡੀਆਂ ਦੁਕਾਨਾਂ ਨਹੀਂ ਖੁੱਲ ਸਕਦੀਆਂ, ਤਾਂ ਕਿ ਉਹ ਲੋਕ ਤਰਲੋ ਮੱਛੀ ਨਹੀਂ ਹੋਣਗੇ। ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪਏ ਨੇ, ਉਹ ਸ਼ਰਾਬ ਦੀਆਂ ਦੁਕਾਨਾਂ ਨੂੰ ਜਦੋਂ ਦੇਖਣਗੇ ਕਿ ਉਹ ਧੜਾਧੜ
ਖੁੱਲੀਆਂ ਹੋਈਆਂ ਨੇ, ਉਹ ਖੁੱਲ੍ਹੇਆਮ ਵਿਕ ਰਹੀਆਂ ਨੇ, ਕਿ ਉਹਨਾਂ ਦੇ ਮਨਾਂ ਨੂੰ ਸੇਕ ਨਹੀਂ ਲੱਗੇਗਾ ਕਿ ਉਹਨਾਂ ਦੀਆਂ ਜਿਹੜੀਆਂ EMIs ਨੇ ਉਹ ਕੌਣ ਭਰੇਗਾ, ਜਿਹੜੇ ਉਹਨਾਂ ਦੇ ਬਿੱਲ ਨੇ, ਮੁਲਾਜ਼ਮਾਂ ਦੇ ਖਰਚੇ ਨੇ ਉਹ ਕੌਣ ਭਰੇਗਾ? ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿ ਖਬਰ ਦੇ ਵਿਚਲੀ ਖਬਰ ਸਮਝਣੀ ਚਾਹੀਦੀ ਹੈ। ਸਰਕਾਰ ਨੇ ਥੋੜੀ ਜਿਹੀ ਰਾਹਤ ਦਿੱਤੀ, ਹਾਰਡਵੇਅਰ ਦੀਆਂ ਦੁਕਾਨਾਂ ਖੋਲ ਦੇਾਂਗੇ, ਬੀਜਾਂ ਰੇਹਾਂ ਸਪਰੇਆਂ ਦੀਆਂ ਦੁਕਾਨਾਂ ਅਸੀਂ ਖੋਲ ਦਿੰਨੇ ਆ, ਪਰ ਨਾਲ ਹੀ ਸ਼ਰਾਬ ਦੇ ਠੇਕੇ ਵੀ ਵਿੱਚੇ ਪਾ ਦਿੱਤੇ ਕਿ ਚਲੋ ਇਹ ਵੀ ਲੱਗੇ ਹੱਥ ਨਿਕਲ ਜਾਣਗੇ, ਸ਼ਰਾਬ ਦੇ ਠੇਕੇ ਵੀ ਖੋਲ ਦਵੋ। ਇਸ ਕਰਕੇ ਸਵਾਲ ਸਰਕਾਰਾਂ ਦੀ ਨੀਅਤ ਤੇ ਚੁੱਕਿਆ ਜਾਂਦਾ ਹੈ। ਅਕਸਰ ਮੈਂ ਕਹਿੰਦਾ ਹੁੰਦਾ ਕਿ ਸਰਕਾਰ ਬੜੀ ਕਨਫਿਊਜ਼ਨ ਕ੍ਰੀਏਟ ਕਰਦੀ ਹੈ ਤੇ ਆਪ ਵੀ ਰਹਿੰਦੀ ਹੈ ਤੇ ਦੂਜਿਆਂ ਨੂੰ ਵੀ ਕਰਦੀ ਹੈ। ਇਹਦੇ ਵਿੱਚ ਇੱਕ ਤੀਜਾ ਪੁਆਇੰਟ ਰੱਖਿਆ ਹੋਇਆ, ਤੀਜੇ ਪੁਆਇੰਟ 'ਚ ਕਿਹਾ ਗਿਆ ਕਿ ਜਿਹੜੇ ਲੋਕ ਪੈਦਲ ਜਾਂ ਸਾਈਕਲ ਤੇ ਜਾਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈ। ਜਿਹੜਾ ਕੋਈ ਮੋਟਰਸਾਈਕਲ ਜਾਂ ਗੱਡੀ ਦੇ ਵਿੱਚ ਜਾਂਦਾ ਹੈ ਉਸ ਨੂੰ E-ਪਾਸ ਦਿਖਾਣਾ ਪਏਗਾ ਜਾਂ ਉਹਨੂੰ ਆਈਡੈਂਟੀਟੀ ਕਾਰਡ ਦਿਖਾਣਾ ਪਏਗਾ, ਤਾਂ ਜਾ ਸਕਦੇ ਹੋ। ਕਹਿਣ ਦਾ ਭਾਵ ਇਹ ਹੈ ਵੀ ਜੇ ਤਾਂ ਤੁਹਾਡੀ ਕਰਿਆਨੇ ਦੀ ਕੋਈ ਦੁਕਾਨ ਹੈ, ਜੇ ਤੁਹਾਡੀ ਜ਼ਰੂਰੀ ਕੈਟੇਗਰੀ ਦੇ ਵਿੱਚ ਦੁਕਾਨਾਂ ਹੈਗੀਆਂ, ਤਾਂ ਤੁਸੀਂ ਜੇ ਜਾਂਦੇ ਹੋ ਤਾਂ ਤੁਹਾਨੂੰ ਆਈ ਕਾਰਡ ਦਿਖਾਣਾ ਪਏਗਾ ਕਿ ਮੇਰੀ ਫਲਾਣੀ ਜਗ੍ਹਾ ਕਰਿਆਨੇ ਦੀ ਦੁਕਾਨ ਹੈਗੀ ਹੈ ਤਾਂ ਮੈਂ ਜਾ ਸਕਦਾ। ਇਹ ਇੰਨੀ ਵੱਡੀ ਕਨਫਿਊਜ਼ਨ ਕ੍ਰੀਏਟ ਸਰਕਾਰ ਨੇ ਕੀਤੀ ਹੈ। ਤੀਜੇ ਪੁਆਇੰਟ ਦੇ ਵਿੱਚ ਇਹ ਨਹੀਂ ਸਮਝ ਆ ਰਿਹਾ ਕਿ ਸਰਕਾਰ ਆਵਾਜਾਈ ਠੱਪ ਕਰ ਰਹੀ ਹੈ, ਸਿਰਫ ਸਾਈਕਲ ਤੇ ਪੈਦਲ ਲੋਕਾਂ ਨੂੰ ਜਾਣ ਦੀ ਮਨਜ਼ੂਰੀ ਹੋਏਗੀ ਜਾਂ ਸਿਰਫ ਉਹਨਾਂ ਲੋਕਾਂ ਨੂੰ ਜਾਣ ਦੀ ਵੀ ਮਨਜ਼ੂਰੀ ਹੋਏਗੀ ਜਿਨ੍ਹਾਂ ਦੀਆਂ ਦੁਕਾਨਾਂ ਜਾਂ ਕੰਮ ਧੰਦੇ ਖੋਲੇ ਹੋਏ ਨੇ। ਇਹ ਬੜਾ ਕਨਫਿਊਜ਼ਨ ਕ੍ਰੀਏਟ ਕਰਨ ਵਾਲਾ ਫੈਸਲਾ ਹੈ। ਤੀਜਾ ਨੰਬਰ ਜਿਹੜਾ ਕੀਤਾ ਗਿਆ ਕਿ ਸਿਰਫ ਪੈਦਲ ਜਿਹੜੇ ਲੋਕ ਜਾ ਰਹੇ ਨੇ ਜਾਂ ਸਾਈਕਲ ਤੇ ਜਾ ਰਹੇ ਨੇ ਉਹਨਾਂ ਨੂੰ ਨਾ ਰੋਕਿਆ ਜਾਵੇ, ਮੋਟਰਸਾਈਕਲ ਕਾਰ ਤੇ ਜਿਹੜਾ ਵੀ ਜਾਏਗਾ ਉਹ ਆਈਡੈਂਟੀਟੀ ਕਾਰਡ ਜਾਂ ਫਿਰ E-ਪਾਸ ਦਿਖਾਏਗਾ। ਨਾਲ ਹੀ E-ਪਾਸ ਦੇ ਲਈ ਉਹਨਾਂ ਨੇ ਇੱਕ ਵੈਬਸਾਈਟ ਦਾ ਐਡਰੈਸ ਵੀ ਦਿੱਤਾ, ਇੱਥੇ E-ਪਾਸ ਆਪਣਾ ਅਪਲਾਈ ਕਰੋ, ਤੁਹਾਨੂੰ E-ਪਾਸ ਦੇਵਾਂਗੇ ਤਾਂ ਤੁਸੀਂ ਜਾ ਸਕਦੇ ਹੋ। ਇਦਾਂ ਦੇ ਫੈਸਲੇ ਜਦੋਂ ਸਰਕਾਰ ਦਿੰਦੀ ਹੈ ਨਿੱਤ ਨਵੇਂ ਦਿਨ, ਇਹ ਨਹੀਂ ਕਿ ਇੱਕੋ ਵਾਰੀ ਰਣਨੀਤੀ ਬਣਾਈਏ ਅਸੀਂ ਲੋਕਾਂ ਨੂੰ ਖੱਜਲ ਖੁਆਰ ਨਾ ਕਰੀਏ, ਆਏ ਦਿਨ ਕੁਝ ਨਾ ਕੁਝ, ਕਦੇ 24 ਘੰਟਿਆਂ ਬਾਅਦ ਕੋਈ ਹੋਰ ਹਦਾਇਤ ਆ ਜਾਂਦੀ ਹੈ, ਕਦੇ 12 ਘੰਟਿਆਂ ਬਾਅਦ ਕੋਈ ਹਦਾਇਤ ਆ ਜਾਂਦੀ, ਕਦੇ ਤਾਂ 2-2 ਘੰਟਿਆਂ ਬਾਅਦ ਵੀ ਹਦਾਇਤਾਂ ਆ ਜਾਂਦੀਆਂ ਨੇ। ਸੋ ਇਹ ਜਿਹੜੀਆਂ ਨਵੀਆਂ ਹਦਾਇਤਾਂ ਨੇ ਤੁਹਾਡੇ ਤੱਕ ਪੁੱਛਦੀਆਂ ਕਰਨੀਆਂ ਬੜੀਆਂ ਜ਼ਰੂਰੀ ਸੀਗੀਆਂ। ਕੁਝ ਦੁਕਾਨਾਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ, ਹਾਰਡਵੇਅਰ ਦੀਆਂ ਦੁਕਾਨਾਂ, ਟੂਲਸ ਦੀਆਂ ਦੁਕਾਨਾਂ, ਮਸ਼ੀਨਰੀ ਦੀਆਂ ਦੁਕਾਨਾਂ, ਰੇਹਾਂ ਸਪਰੇਆਂ ਦੀਆਂ ਦੁਕਾਨਾਂ ਨੇ ਜਿਹੜੀਆਂ ਉਹਨਾਂ ਨੂੰ ਰਾਹਤ ਦਿੱਤੀ ਹੈ। ਨਾਲ ਹੀ ਰਾਹਤ ਦੇ ਦਿੱਤੀ ਹੈ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ, ਸ਼ਰਾਬ ਦੀਆਂ ਦੁਕਾਨਾਂ ਪੂਰੇ ਪੰਜਾਬ ਦੇ ਵਿੱਚ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਹਾਤੇ ਬੰਦ ਰੱਖੇ ਜਾਣਗੇ। ਇਹ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਕੀਤੀ ਹੈ। ਜਦੋਂ ਹੀ ਕੋਈ ਨਵੀਂ ਜਾਣਕਾਰੀ ਆਏਗੀ ਉਹ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਾਂਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।